ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਇੱਕ ਵਾਰ ਇੱਕ ਬਾਦਸ਼ਾਹ ਜੰਗਲ ਵਿੱਚ ਜਾਂਦਾ ਹੈ ਕਿ ਅੱਜ ਮੈਂ ਸ਼ਿਕਾਰ ਖੇਡਣ ਜਾਣਾ ਹੈ। ਆਪਣੇ ਨਾਲ ਜਾਂਦੇ ਹੋਏ ਕੁਝ ਹੋਰ ਬੰਦਿਆਂ ਨੂੰ ਵੀ ਲੈ ਜਾਂਦਾ ਮਹਿਲ ਵਿੱਚੋਂ, ਅਤੇ ਜੋ ਉਸ ਲਈ ਕੰਮ ਕਰਦੇ ਸੀ। ਇੱਕਦਮ ਜਦੋਂ ਜੰਗਲ ਵਿੱਚ ਜਾਂਦਾ ਹੈ ਤਾਂ ਮੌਸਮ ਬਦਲ ਜਾਂਦਾ ਹੈ। ਬੱਦਲ ਹੀ ਬੱਦਲ ਹੋ ਜਾਂਦੇ ਨੇ ਅਤੇ ਬੱਦਲ ਲਿਸ਼ਕਦਾ, ਮੀਂਹ ਪੈਣਾ ਸ਼ੁਰੂ ਹੋ ਜਾਂਦਾ। ਸਭ ਵਿੱਚ ਇੱਕਦਮ ਭੱਜ ਦੜ ਮਚ ਜਾਂਦੀ ਹੈ ਅਤੇ ਜੋ ਸੈਨਿਕ ਅਤੇ ਰਾਜਾ ਸੀ ਉਹ ਵੱਖ-ਵੱਖ ਹੋ ਜਾਂਦੇ ਨੇ। ਹੁਣ ਮੀਂਹ ਜੋ ਹੈ ਉਹ ਜ਼ੋਰਾਂ 'ਤੇ ਪਈ ਜਾਂਦਾ। 4 ਤੋਂ 5 ਘੰਟੇ ਦਾ ਸਮਾਂ ਲੰਘ ਜਾਂਦਾ। ਹੁਣ ਕੁਝ ਮੀਂਹ ਰੁਕਦਾ। ਬਾਦਸ਼ਾਹ ਰੁੱਖ ਥੱਲੋਂ ਖੜ੍ਹਾ ਹੋ ਕੇ ਆਉਂਦਾ, ਪਰ ਉਹਨੂੰ ਪਤਾ ਨਹੀਂ ਲੱਗਦਾ ਵੀ ਜਾਣਾ ਕਿੱਧਰ ਹੈ, ਇੱਥੋਂ ਬਾਹਰ ਨਿਕਲਣ ਦਾ ਰਾਹ ਕਿੱਥੇ ਹੈ। ਕਾਫੀ ਸਮਾਂ ਹੋ ਗਿਆ ਸੀ ਮੀਂਹ ਪੈਂਦੇ ਨੂੰ, ਜਿਸ ਕਾਰਨ ਬਾਦਸ਼ਾਹ ਨੂੰ ਹੁਣ ਭੁੱਖ ਵੀ ਲੱਗ ਗਈ ਸੀ। ਹੁਣ ਤੁਰਦੇ ਤੁਰਦੇ ਬਾਦਸ਼ਾਹ ਨੂੰ ਤ੍ਰੇਹ ਵੀ ਲੱਗੀ ਜਾਂਦੀ ਹੈ। ਉਹ ਆਪਣੇ ਅੰਦਰ ਸੋਚੀ ਜਾਂਦਾ ਹੈ ਵੀ ਸ਼ਾਮ ਹੋ ਗਈ, ਥੋੜ੍ਹੇ ਸਮੇਂ ਨੂੰ ਰਾਤ ਹੋ ਜਾਵੇਗੀ। ਅਣਜਾਣ ਜੰਗਲ ਹੈ, ਜੇ ਰਾਤ ਮੈਨੂੰ ਇੱਥੇ ਹੀ ਕੱਟਣੀ ਪੈ ਗਈ ਤਾਂ ਪਤਾ ਨਹੀਂ ਮੈਂ ਕਿਸ ਦਾ ਭੋਜਨ ਬਣ ਜਾਵਾਂਗਾ। ਮੈਨੂੰ ਤਾਂ ਆਪਣੀ ਲੀਲਾ ਸਮਾਪਤ ਹੁੰਦਿਆਂ ਨਜ਼ਰ ਆ ਰਹੀ ਹੈ। ਬਾਦਸ਼ਾਹ ਅੰਦਰੋਂ ਅੰਦਰੀ ਰਾਤ ਭੁੱਖ, ਉਹ ਤ੍ਰੇਹ ਅਤੇ ਰਾਹ ਭਟਕਣ ਤੋਂ ਕਿ ਅੱਜ ਮੇਰਾ ਅੰਤਿਮ ਦਿਨ ਹੈ, ਇਹ ਸਭ ਸੋਚ ਸੋਚ ਕੇ ਅੰਦਰ ਹੀ ਅੰਦਰ ਡਰੀ ਜਾ ਰਿਹਾ ਸੀ। ਉਹਦਾ ਜੋ ਕਲੇਜਾ ਸੀ ਉਹ ਮੂੰਹ ਨੂੰ ਆਈ ਜਾ ਰਿਹਾ ਸੀ। ਉਹ ਫਿਰ ਵੀ ਅੱਗੇ ਵੱਧਦਾ ਜਾ ਰਿਹਾ। ਉਹ ਥੋੜ੍ਹੀ ਦੂਰੀ 'ਤੇ ਦੇਖਦਾ ਤਾਂ ਕੋਈ ਉਸਨੂੰ ਰੁੱਖ ਦੀ ਟਾਹਣੀ ਤੋੜਦੇ ਨਜ਼ਰ ਆਉਂਦਾ। ਉਹਦੀ ਜਾਨ ਵਿੱਚ ਜਾਨ ਆ ਜਾਂਦੀ ਹੈ। ਬਾਦਸ਼ਾਹ ਖੁਸ਼ ਜਿਹਾ ਹੋਇਆ ਅਤੇ ਉੱਧਰ ਵੱਲ ਨੂੰ ਚੱਲਣ ਲੱਗ ਗਿਆ। ਉਹਨਾਂ ਕੋਲ ਪਹੁੰਚਿਆ ਤਾਂ ਉਹਨਾਂ ਨੇ ਬਾਦਸ਼ਾਹ ਨੂੰ ਪਛਾਣ ਲਿਆ, ਕਿਉਂਕਿ ਆਪਣੀ ਹਕੂਮਤ ਦੇ ਬਾਦਸ਼ਾਹ ਨੂੰ ਤਾਂ ਹਰ ਕੋਈ ਪਹਿਚਾਣਦਾ। ਬਾਦਸ਼ਾਹ ਕਹਿੰਦਾ, ਸੱਜਣੋ, ਤੁਹਾਡੇ ਕੋਲ ਪਾਣੀ ਹੈ? ਮੈਂ ਤ੍ਰੇਹ ਨਾਲ, ਮੇਰੇ ਨਾਲ ਬੁਰਾ ਹਾਲ ਹੋਇਆ ਪਿਆ, ਮੈਂ ਆਪਣੀ ਤ੍ਰੇਹ ਬੁਝਾਉਣੀ ਹੈ। ਉਹਨਾਂ ਘੜੇ ਵੱਲ ਇਸ਼ਾਰਾ ਕੀਤਾ। ਬਾਦਸ਼ਾਹ ਨੇ ਝੱਟ ਘੜਾ ਚੁੱਕ ਕੇ ਉਹਦੇ ਨਾਲ ਜੀ ਭਰ ਕੇ ਪਾਣੀ ਪੀ ਲਿਆ। ਫਿਰ ਪੁੱਛਿਆ ਵੀ ਕੁਝ ਖਾਣ ਨੂੰ ਹੈ? ਉਹਨਾਂ ਕਿਹਾ, ਜੇ ਅਸੀਂ ਗਰੀਬ ਹਾਂ, ਸਾਡੇ ਕੋਲ ਤੁਹਾਡੇ ਵਰਗੇ ਖਾਣ ਨੂੰ ਕੋਈ ਪ੍ਰਬੰਧ ਨਹੀਂ ਹੈਗੇ, ਸਾਡੇ ਕੋਲ ਤਾਂ ਸੁੱਕੀ ਰੋਟੀ ਅਤੇ ਚਟਣੀ ਹੈ। ਬਾਦਸ਼ਾਹ ਨੇ ਕਿਹਾ, ਮੈਨੂੰ ਦੇ ਦਿਓ। ਬਾਦਸ਼ਾਹ ਨੇ ਉਹ ਖਾ ਕੇ ਅਤੇ ਜੋ ਸੁੱਖ ਦਾ ਸੀ ਉਹ ਸਾਹ ਲਿਆ, ਕਿਉਂਕਿ ਬਾਦਸ਼ਾਹ ਤ੍ਰਿਪਤ ਹੋ ਗਿਆ ਸੀ। ਉਹਨੂੰ ਭੁੱਖ ਲੱਗੀ ਸੀ ਅਤੇ ਰੋਟੀ ਮਿਲ ਗਈ, ਪਾਣੀ ਦੀ ਤ੍ਰੇਹ ਲੱਗੀ ਸੀ ਅਤੇ ਪਾਣੀ ਮਿਲ ਗਿਆ। ਫਿਰ ਬਾਦਸ਼ਾਹ ਪੁੱਛਦਾ ਹੈ ਕਿ ਤੁਸੀਂ ਰੁੱਖ ਦੀਆਂ ਆਹ ਟਾਹਣੀਆਂ ਦਾ ਕੀ ਕਰਦੇ ਪਏ ਹੋ? ਉਹਨਾਂ ਕਿਹਾ, ਜੀ ਬਾਜ਼ਾਰ ਵੇਚ ਕੇ ਅਤੇ ਆਪਣਾ ਢਿੱਡ ਭਰਦੇ ਹਾਂ। ਉਹਨਾਂ ਕਿਹਾ, ਜੀ ਸਾਡੇ ਮਾਤਾ ਪਿਤਾ ਕੁਝ ਸਮੇਂ ਪਹਿਲਾਂ ਅਕਾਲ ਚਲਾਣੇ ਕਰ ਗਏ ਨੇ ਅਤੇ ਹੁਣ ਅਸੀਂ ਇਕੱਠੇ ਰਹਿੰਦੇ ਹਾਂ। ਸੁਣ ਕੇ ਬੜਾ ਦੁੱਖ ਜਿਹਾ ਲੱਗਾ। ਬਾਦਸ਼ਾਹ ਨੂੰ ਉਹ ਬੜੇ ਛੋਟੀ ਅਤੇ ਹਲਕੀ ਜਿਹੀ ਉਮਰ ਦੇ ਨੌਜਵਾਨ ਲੱਗ ਰਹੇ ਸੀ। ਬਾਦਸ਼ਾਹ ਨੇ ਕਿਹਾ ਵੀ ਅੱਜ ਤੁਸੀਂ ਮੈਨੂੰ ਰੋਟੀ ਅਤੇ ਪਾਣੀ ਦਿੱਤਾ, ਮੈਨੂੰ ਇੱਥੋਂ ਬਾਹਰ ਜਾਣ ਦਾ ਤੁਸੀਂ ਰਸਤਾ ਵੀ ਦੱਸੋਗੇ, ਤੁਸੀਂ ਮੇਰੀ ਜਾਨ ਬਚਾ ਲਈ। ਦੱਸੋ ਤੁਹਾਨੂੰ ਕੀ ਚਾਹੀਦਾ? ਤੁਸੀਂ ਆਪਣੀ ਮੰਗ ਰੱਖੋ। ਪਹਿਲਾ ਬੋਲਿਆ ਕਿ ਮੈਨੂੰ ਧਨ ਦੇ ਦੇਵੋ, ਮੈਨੂੰ ਇੰਨਾ ਧਨ ਦਿਓ ਪ੍ਰਾਪਤ ਮਾਤਰਾ 'ਚ ਕਿ ਜਿਹਦੇ ਨਾਲ ਮੇਰੀ ਜ਼ਿੰਦਗੀ ਸੋਹਣੀ ਬਸਰ ਹੋ ਜੇ। ਮੈਂ ਬੜੀ ਗੁਰਬਤ ਵਿੱਚ ਜ਼ਿੰਦਗੀ ਕੱਟੀ ਹੈ, ਇੰਨਾ ਧਨ ਦਿਓ ਕਿ ਜ਼ਿੰਦਗੀ ਸੋਹਣੀ ਲੰਘ ਜਾਵੇ। ਬਾਦਸ਼ਾਹ ਕਹਿੰਦਾ, ਜਾ, ਤੈਨੂੰ ਇੰਨਾ ਧਨ ਦਿੱਤਾ ਅਤੇ ਤੂੰ ਮੇਰੇ ਪ੍ਰਾਣ ਬਚਾਏ ਨੇ, ਇਸ ਲਈ ਤੇਰੀ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ। ਫਿਰ ਦੂਸਰੇ ਦੀ ਵਾਰੀ ਆਈ। ਉਹ ਕਹਿੰਦਾ, ਮੈਨੂੰ ਤੁਹਾਡੇ ਮਹਿਲ ਵਰਗਾ ਇੱਕ ਮਹਿਲ ਚਾਹੀਦਾ। ਬਾਦਸ਼ਾਹ ਕਹਿੰਦਾ, ਜਾ, ਤੇਰੀ ਮੰਗ ਵੀ ਪੂਰੀ ਕੀਤੀ ਜਾਵੇਗੀ। ਫਿਰ ਸਭ ਤੋਂ ਛੋਟੀ ਉਮਰ ਦਾ ਸੀ, ਉਹਦੀ ਵਾਰੀ ਆਈ। ਕਹਿੰਦਾ, ਬਾਦਸ਼ਾਹ, ਮੇਰੀ ਜੋ ਮੰਗ ਹੈ ਉਹ ਐਵੇਂ ਦੀ ਨਹੀਂ ਹੈਗੀ। ਬਾਦਸ਼ਾਹ ਕਹਿੰਦਾ, ਤੂੰ ਵੀ ਮੰਗ ਲੈ ਜਿੱਥੇ ਇੰਨਾ ਮੰਗਿਆ। ਉਹ ਕਹਿੰਦਾ, ਨਾ ਹੀ ਮੈਨੂੰ ਪੈਸਾ ਚਾਹੀਦਾ, ਨਾ ਹੀ ਮੈਨੂੰ ਮਹਿਲ ਚਾਹੀਦਾ। ਰਾਜਾ ਕਹਿੰਦਾ, ਵੀ ਦੱਸ ਫਿਰ ਕੀ ਚਾਹੀਦਾ? ਉਹ ਕਹਿੰਦਾ ਹੈ ਕਿ ਛੋਟੀ ਉਮਰ ਵਿੱਚ ਮੇਰੇ ਮਾਤਾ ਪਿਤਾ ਅਕਾਲ ਚਲਾਣੇ ਕਰ ਗਏ, ਮੈਂ ਜੋ ਮੈਨੂੰ ਚਾਹੀਦਾ ਸੀ ਉਹ ਮੈਂ ਪ੍ਰਾਪਤ ਨਹੀਂ ਕਰ ਸਕਿਆ। ਗੁਰਬਤ ਸੀ, ਮੈਂ ਵਿੱਦਿਆ ਹਾਸਿਲ ਕਰਨਾ ਚਾਹੁੰਦਾ ਸੀ, ਮੈਂ ਸਿੱਖਿਆ ਗ੍ਰਹਿਣ ਕਰਨਾ ਚਾਹੁੰਦਾ ਸੀ। ਉਹ ਕਹਿੰਦਾ ਕਿ ਮੈਂ ਵਿੱਦਿਆ ਅਤੇ ਗਿਆਨ ਦੀ ਸੋਝੀ ਲੈਣਾ ਚਾਹੁੰਦਾ, ਮੈਂ ਗੁਰਬਤ ਵਿੱਚ ਸੀ, ਇਸ ਕਰਕੇ ਗਿਆਨ ਨਹੀਂ ਪ੍ਰਾਪਤ ਕਰ ਸਕਿਆ। ਬਾਦਸ਼ਾਹ ਨੇ ਕਿਹਾ ਕਿ ਮੇਰੇ ਬੱਚੇ ਜਿੱਥੇ ਸਿੱਖਿਆ ਲੈ ਰਹੇ ਨੇ ਉਹ ਮੇਰੇ ਗੁਰੂ ਕੋਲ ਜਾਂਦੇ ਨੇ, ਤੂੰ ਵੀ ਉੱਥੇ ਜਾਇਆ ਕਰ। ਉਹਨਾਂ ਦੀ ਮਦਦ ਨਾਲ ਬਾਦਸ਼ਾਹ ਆਪਣੇ ਮਹਿਲ ਪਹੁੰਚਿਆ। ਨਵਾਂ ਦਿਨ ਚੜ੍ਹਦੇ ਹੀ ਉਹਨਾਂ ਨੂੰ ਜੋ ਜੋ ਵਾਅਦਾ ਕੀਤਾ ਸੀ ਰਾਜੇ ਨੇ, ਤਿੰਨਾਂ ਨੂੰ ਉਹ ਸਭ ਕੁਝ ਦੇ ਦਿੱਤਾ। ਛੋਟੇ ਬੱਚੇ ਨੂੰ ਜੋ ਸੀ ਰਾਜਾ ਖੁਦ ਆਪਣੇ ਗੁਰੂ ਕੋਲ ਛੱਡ ਕੇ ਆਇਆ। ਹੁਣ ਜੋ ਬੱਚਾ ਸੀ ਉਹ ਸਿੱਖਿਆ ਲੈਣ ਲੱਗਾ।
ਐਵੇਂ ਕਰਦੇ ਕਰਦੇ ਉਹ ਬੱਚਾ ਅੱਜ ਨੌਜਵਾਨ ਹੋ ਗਿਆ ਤੇ ਆਪਣੇ ਗਿਆਨ ਵਿੱਚ ਹਰ ਰੋਜ਼ ਵਾਧਾ ਕਰਦਾ। ਉਹ ਜੋ ਗੁਰੂ ਸੀ ਉਹ ਵੀ ਹੈਰਾਨ ਸੀ ਕਿ ਇੰਨੇ ਥੋੜ੍ਹੇ ਸਮੇਂ ਵਿੱਚ ਇੰਨਾ ਜ਼ਿਆਦਾ ਇਹਨੇ ਗਿਆਨ ਤੇ ਸਿੱਖਿਆ ਤੇ ਇੰਨੇ ਜ਼ਿਆਦਾ ਅੱਛੇ ਨਤੀਜੇ ਦੇ ਰਿਹਾ। ਇੱਕ ਦਿਨ ਬਾਦਸ਼ਾਹ ਜੋ ਸੀ ਉਹਦਾ ਮੁੱਖ ਸਲਾਹਕਾਰ ਜੋ ਸੀ, ਜੋ ਸਭ ਕੁਝ ਦੇਖਦਾ ਸੀ, ਉਹ ਅਕਾਲ ਚਲਾਣੇ ਕਰ ਗਿਆ। ਹੁਣ ਬਾਦਸ਼ਾਹ ਦਾ ਕੰਮਕਾਰ ਦੇਖਣ ਵਾਲਾ ਕੋਈ ਨਹੀਂ ਸੀ। ਹੁਣ ਉਹਨੂੰ ਤਾਂ ਮੰਤਰੀ ਚਾਹੀਦਾ ਹੀ ਚਾਹੀਦਾ ਸੀ। ਉਹਨੇ ਜਿੱਥੇ ਆਪਣੇ ਗੁਰੂ ਨੂੰ ਪੁੱਛਿਆ ਉੱਥੇ ਗਿਆ। ਕਹਿੰਦਾ ਗੁਰੂ ਜੀ ਵੀ ਐਵੇਂ ਆ, ਮੇਰਾ ਕਾਰਜ ਸਾਰਾ ਤਾਂ ਰੁਕਿਆ ਪਿਆ, ਮੈਂ ਇੱਕ ਮੰਤਰੀ ਦੀ ਭਾਲ ਵਿੱਚ ਹਾਂ। ਗੁਰੂ ਨੇ ਉਸ ਨੌਜਵਾਨ ਦਾ ਨਾਮ ਲਿਆ ਜੋ ਕਹਿੰਦਾ ਵੀ ਗੁਰੂ ਨੇ ਕਿਹਾ ਵੀ ਰਾਜਾ ਤੂੰ ਇਹਨੂੰ ਛੱਡ ਕੇ ਗਿਆ ਸੀ ਅਤੇ ਹੁਣ ਬਹੁਤ ਜ਼ਿਆਦਾ ਗੁਣਵਾਨ ਹੈ, ਇਸ ਤੋਂ ਵੱਧ ਤੈਨੂੰ ਕਿਤੇ ਲੱਭਣਾ ਹੀ ਨਹੀਂ ਹੈਗਾ। ਬਾਦਸ਼ਾਹ ਕਹਿੰਦਾ ਠੀਕ ਹੈ ਗੁਰੂ ਜੀ, ਪਰ ਮੈਂ ਫਿਰ ਵੀ ਇਹਦੀ ਪ੍ਰੀਖਿਆ ਲੈਣ ਆਈ ਹਾਂ। ਉਹ ਰਾਜਾ ਜੋ ਬਾਦਸ਼ਾਹ ਸੀ ਉਹਨੇ ਉਹਦੀ ਪ੍ਰੀਖਿਆ ਲੈਣ ਬਾਰੇ ਸੋਚਿਆ। ਉਹ ਪ੍ਰੀਖਿਆ ਵਿੱਚ ਖਰਾ ਉਤਰਿਆ ਅਤੇ ਉਹਨੂੰ ਮੰਤਰੀ ਬਣਾ ਲਿਆ ਗਿਆ। ਉਹਨੇ ਜੋ ਨੌਜਵਾਨ ਸੀ ਉਹਨੇ ਸਭ ਤੋਂ ਪਹਿਲਾਂ ਬਾਦਸ਼ਾਹ ਦਾ ਧੰਨਵਾਦ ਕੀਤਾ, ਕਿਹਾ ਵੀ ਅੱਜ ਤੁਹਾਡੇ ਕਾਰਨ ਮੈਂ ਇੱਥੇ ਆਇਆ ਵਾਂ। ਜੇ ਤੁਸੀਂ ਉਸ ਦਿਨ ਮੇਰੀ ਮਦਦ ਨਾ ਕਰਦੇ ਤਾਂ ਮੇਰਾ ਜੀਵਨ ਅੱਜ ਵੀ ਉਹ ਹਨੇਰੇ ਵਿੱਚ ਹੀ ਹੋਣਾ ਸੀ ਅਤੇ ਮੈਂ ਅੱਜ ਵੀ ਉਹ ਲੱਕੜਾਂ ਹੀ ਤੋੜਦਾ ਹੋਣਾ ਸੀ, ਉਹ ਟਾਹਣੀਆਂ ਤੋੜਦੇ ਹੀ ਰਹਿ ਜਾਣਾ ਸੀ। ਬਾਦਸ਼ਾਹ ਨੇ ਕਿਹਾ ਨਹੀਂ, ਇਹ ਤੇਰੀ ਮਿਹਨਤ ਤੇਰੀ ਲਗਨ ਦਾ ਨਤੀਜਾ ਹੈ। ਮੈਨੂੰ ਤਾਂ ਸਿਰਫ ਉਹ ਵਾਹਿਗੁਰੂ ਨੇ ਇੱਕ ਵਸੀਲਾ ਬਣਾਇਆ ਤੇਰੇ ਲਈ। ਕੁਝ ਸਮਾਂ ਲੰਘਦਾ ਹੈ, ਬਾਦਸ਼ਾਹ ਸੋਚਦਾ ਵੀ ਪ੍ਰਾਣ ਤਾਂ ਬਾਕੀਆਂ ਨੇ ਵੀ ਬਚਾਏ ਸੀ, ਕਿਉਂ ਨਾ ਮੈਂ ਉਹਨਾਂ ਦੀ ਵੀ ਸੂਹ ਸਾਰ ਲਵਾਂ, ਉਹਨਾਂ ਨੂੰ ਵੀ ਵੇਖਾਂ। ਉਹ ਕੀ ਕਰਦੇ ਨੇ ਵੀ ਰਾਜਾ ਕਹਿੰਦਾ ਹੈ, ਜੋ ਬਾਦਸ਼ਾਹ ਸੀ ਕਹਿੰਦਾ ਵੀ ਇਹ ਤਾਂ ਇੱਥੇ ਇੰਨੇ ਮੇਰੇ ਤੋਂ ਬਾਅਦ ਇਹੀ ਇੱਕ ਅਹੁਦਾ ਹੈ ਅਤੇ ਇੰਨੇ ਉੱਚੇ ਅਹੁਦੇ 'ਤੇ ਅੱਜ ਬੈਠਾ, ਇਹ ਮੰਤਰੀ ਬਣ ਗਿਆ, ਮੇਰੇ ਨਾਲ ਰਹਿ ਰਿਹਾ ਹੈ, ਮੇਰੇ ਮਹਿਲ ਵਿੱਚ ਰਹਿ ਰਿਹਾ ਅਤੇ ਬਹੁਤ ਅੱਛਾ ਜੀਵਨ ਜਾਚ ਜੀ ਰਿਹਾ। ਦੂਜਿਆਂ ਦਾ ਵੀ ਹਾਲ ਵੇਖਿਆ ਜਾਏ। ਉਹ ਇੱਕ ਮਨੁੱਖ ਨੂੰ ਸੱਦਦਾ, ਉਹਨੂੰ ਕਹਿੰਦਾ ਹੈ ਵੀ ਐਵੇਂ ਅੱਜ ਤੋਂ 5-6 ਸਾਲ ਪਹਿਲਾਂ ਜਿਹੜੇ 2 ਮਨੁੱਖ ਸੀ ਜਿਨ੍ਹਾਂ ਨੂੰ ਮੈਂ ਇਨਾਮ ਦਿੱਤਾ ਸੀ ਉਹਨਾਂ ਬਾਰੇ ਜਾ ਕੇ ਦੇਖ ਕੇ ਆਓ। ਉਹ ਮਨੁੱਖ ਨਗਰ ਜਾਂਦਾ ਹੈ, ਦੇਖ ਕੇ ਆਉਂਦਾ ਹੈ, ਆ ਕੇ ਬਾਦਸ਼ਾਹ ਨੂੰ ਕਹਿੰਦਾ ਬਾਦਸ਼ਾਹ ਜਿਸ ਨੂੰ ਤੁਸੀਂ ਬਹੁਤ ਸਾਰਾ ਧਨ ਦਿੱਤਾ ਸੀ ਉਹਨੇ ਉਹ ਬਿਨਾਂ ਮਿਹਨਤ ਤੋਂ ਕਮਾਇਆ ਸੀ, ਇਸ ਕਰਕੇ ਉਸ ਨੂੰ ਉਸ ਧਨ ਦੀ ਕੀਮਤ ਹੀ ਨਹੀਂ ਸੀ। ਉਹਨੇ ਪੁੱਠੇ ਪਾਸੇ ਲੱਗ ਕੇ ਪੁੱਠੀ ਸੰਗਤ ਵਿੱਚ ਪੈ ਕੇ ਸਾਰਾ ਕੁਝ ਹੀ ਗਵਾ ਲਿਆ। ਦੂਜੇ ਨੇ ਜੋ ਸੀ ਮਹਿਲ ਮੰਗਿਆ ਸੀ ਐਵੇਂ ਦਾ, ਪਰ ਕੰਮ ਤਾਂ ਹਜੇ ਵੀ ਜੰਗਲਾਂ ਵਿੱਚ ਜਾ ਕੇ ਟਾਹਣੀਆਂ ਹੀ ਤੋੜਦਾ ਸੀ। ਐਡੇ ਮਹਿਲ ਦੀ ਰੱਖ ਰਖਾਵ ਦਾ ਵੀ ਤਾਂ ਖਰਚਾ ਚਾਹੀਦਾ ਸੀ, ਉਹ ਖਰਚਾ ਉਹ ਤੋਂ ਪੂਰਾ ਹੀ ਨਹੀਂ ਹੋਇਆ ਅਤੇ ਉਹਨੇ ਉਹ ਮਹਿਲ ਵੇਚ ਦਿੱਤਾ। ਉਹ ਓਟਿਆ ਨਹੀਂ ਗਿਆ ਖਰਚਾ ਤੋਂ, ਉਹਨੇ ਵੇਚ ਕੇ ਜੋ ਪੈਸੇ ਮਿਲੇ ਉਹਨੇ ਵੀ ਖਰਚ ਲਏ ਅਤੇ ਦੋਵੇਂ ਹੀ ਅੱਜ ਸੜਕਾਂ 'ਤੇ ਫਿਰਦੇ ਨੇ। ਬਾਦਸ਼ਾਹ ਕਹਿੰਦਾ ਫਿਰ ਤਾਂ ਸਭ ਤੋਂ ਵਧੀਆ ਛੋਟਾ ਹੈ, ਇਹ ਜ਼ਿਆਦਾ ਗਿਆਨਵਾਨ ਹੈ, ਉਹ ਦੋਵੇਂ ਸੜਕਾਂ 'ਤੇ ਰੁਲਦੇ ਪਏ ਨੇ, ਇਹ ਅੱਜ ਮੰਤਰੀ ਬਣ ਕੇ ਇੱਥੇ ਮਹਿਲ 'ਚ ਬੈਠਾ। ਹੁਣ ਵੇਖੋ ਅਤੇ ਸੋਚੋ ਕਿ ਵੱਡੀ ਚੀਜ਼ ਕੀ ਹੈ। ਪੈਸਾ ਤਾਂ ਆਇਆ ਅਤੇ ਗਿਆ, ਘਰ ਬਣਾ ਲਿਆ, ਕੱਲ੍ਹ ਨੂੰ ਰੱਬ ਨਾ ਕਰੇ ਡਿੱਗ ਵੀ ਸਕਦਾ, ਅਤੇ ਜੇ ਅੰਦਰ ਗਿਆਨ ਹੋ ਜਾਵੇ ਇੱਕ ਵਾਰੀ ਆ ਗਿਆ ਫਿਰ ਕਦੇ ਵੀ ਉਹ ਜਾਂਦਾ ਨਹੀਂ ਹੈ, ਉਹ ਅੰਦਰ ਟਿਕ ਜਾਂਦਾ ਹੈ। ਗਿਆਨ ਵਿੱਚ ਹਮੇਸ਼ਾ ਵਾਧਾ ਹੁੰਦਾ ਰਹਿੰਦਾ ਕਿਉਂਕਿ ਆਪਾਂ ਨਵਾਂ ਤੋਂ ਨਵਾਂ ਕੁਝ ਸਿੱਖਦੇ ਰਹਿੰਦੇ ਹਾਂ ਅਤੇ ਗਿਆਨ ਵੀ ਉਹੀ ਪ੍ਰਾਪਤ ਕਰਦਾ ਹੈ ਜਿਸ ਦੇ ਅੰਦਰ ਕੁਝ ਸਿੱਖਣ ਦੀ ਲਾਲਸਾ ਹੁੰਦੀ ਹੈ, ਘਟਦਾ ਤਾਂ ਹੈ ਨਹੀਂ ਹੈ। ਇਸ ਲਈ ਸਿੱਖਿਆ ਸਾਨੂੰ ਨਵਾਂ ਜੀਵਨ ਪੱਧਰ ਦਿੰਦੀ ਹੈ। ਇਹ ਜੋ ਸੰਸਾਰੀ ਦੁੱਖ ਸੁੱਖ ਨੇ ਇਹ ਆਏ ਅਤੇ ਗਏ। ਉਹ ਵਾਹਿਗੁਰੂ ਦਾ ਨਾਮ ਅਤੇ ਸਿੱਖਿਆ ਜਦੋਂ ਅੰਦਰ ਵਸ ਜਾਂਦੀ ਹੈ ਤਾਂ ਸਭ ਕੁਝ ਪਤਾ ਲੱਗ ਜਾਂਦਾ ਕੀ ਸਹੀ ਹੈ ਅਤੇ ਕੀ ਗਲਤ ਹੈ, ਅਤੇ ਉਹ ਫੈਸਲੇ ਲੈਣ ਦੇ ਵੀ ਸਮਰੱਥ ਬਣਾਉਂਦਾ, ਤਾਂ ਫਿਰ ਉਹ ਜੀਵਨ ਹੀ ਬਦਲ ਦਿੰਦਾ। ਸਾਨੂੰ ਇਹ ਸਿੱਖਿਆ ਕੱਖਾਂ ਤੋਂ ਲੱਖਾਂ ਤੱਕ ਲੈ ਜਾਂਦੀ ਹੈ ਕਿਉਂਕਿ ਉਹ ਸਾਡੀ ਦਿਮਾਗ ਨੂੰ ਵੀ ਉਹਨਾਂ ਤੇਜ਼ ਕਰਦੀ ਹੈ ਤਾਂ ਕਿ ਅਸੀਂ ਸਹੀ ਫੈਸਲੇ ਲੈ ਸਕੀਏ ਅਤੇ ਜੀਵਨ ਪੱਧਰ ਨੂੰ ਇੱਕ ਸੁਚੱਜਾ ਢੰਗ ਦੇ ਕੇ ਵਧੀਆ ਬਣਾ ਸਕੀਏ। ਫਿਰ ਆਓ ਆਪਣੇ ਵਿੱਚ ਗਿਆਨ ਦਾ ਵਾਧਾ ਕਰੀਏ, ਗੁਣਾਂ ਦਾ ਵਾਧਾ ਕਰੀਏ ਤਾਂ ਕਿ ਆਪਾਂ ਵੀ ਆਪਣੇ ਜੀਵਨ ਪੱਧਰ ਨੂੰ ਉੱਚਾ ਬਣਾ ਸਕੀਏ।